ਅੱਜ-ਕੱਲ੍ਹ ਦੇ ਬੱਚੇ ਨਾ ਹਰ ਚੀਜ਼ ਨੂੰ ਫੈਸ਼ਨ ਵਾਂਗੂ ਅਡਾਪਟ ਕਰਨਾ ਚਾਹੁੰਦੇ ਨੇ। ਉਹ ਜੇ ਕਦੀ ਪੱਗ ਵੀ ਬੰਨ੍ਹਦੇ ਨੇ ਤਾਂ ਮੈਂ ਦੇਖਿਆ ਮੋਸਟਲੀ ਕਈ ਵਾਰੀ ਬੱਚੇ ਜਿਹੜੇ ਉਹ ਫੈਸ਼ਨ ਵਾਂਗੂ ਬੰਨ੍ਹਦੇ ਨੇ ਤੇ ਫੈਸ਼ਨ ਵਾਂਗੂ ਉਤਾਰ ਦਿੰਦੇ ਨੇ। ਸਾਨੂੰ ਉਸ ਚੀਜ਼ ਦਾ, ਉਸ ਮਰਿਆਦਾ ਦਾ ਬਹੁਤ ਖਿਆਲ ਰੱਖਣਾ ਪਊਗਾ। ਉਹਨਾਂ ਦੇ ਦਿਲਾਂ 'ਚ ਇਹ ਗੱਲ ਬਿਠਾਉਣੀ ਪਊਗੀ ਕਿ ਸਰਦਾਰੀ ਇੱਕ ਫੈਸ਼ਨ ਨਹੀਂ ਹੈ, ਸਾਡੀ ਹੋਂਦ ਹੈ। ਕਿ ਜੇ ਤੁਸੀਂ ਇਸ ਇੰਡਸਟਰੀ ਦੇ ਵਿੱਚ ਪੱਗ ਦਾੜੇ ਨਾਲ ਕੰਮ ਕਰਨਾ ਹੈ ਤਾਂ ਉਹਦੀ ਮਰਿਆਦਾ ਕੀ ਹੋਣੀ ਚਾਹੀਦੀ ਆ, ਕਿਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਉਹਦੇ ਇੰਡਸਟਰੀ ਦੇ ਵਿੱਚ ਵਿਚਰਨਾ ਹੈ, ਕਿਸ ਤਰੀਕੇ ਨਾਲ ਲੋਕਾਂ ਨਾਲ ਮੇਲ ਗਿਲ ਰੱਖਣਾ ਔਰ ਕਿੱਦਾਂ ਦੀ ਗੱਲ ਕਹਿਣੀ। ਪਹਿਲੀ ਗੱਲ ਤੇ ਆਪਣੇ ਮਨ ਦੇ ਵਿੱਚ ਹੋਣਾ ਚਾਹੀਦਾ ਹੈ ਗੁਰੂ ਦਾ ਸਤਿਕਾਰ, ਕਿ ਗੁਰੂ ਦੇ ਸਤਿਕਾਰ ਦੇ ਖਿਲਾਫ ਮੇਰੇ ਮੂੰਹ ਚੋਂ ਕੋਈ ਸ਼ਬਦ ਨਾ ਨਿਕਲ ਜੇ, ਜਾਂ ਮੇਰੇ ਕੋਲ ਕੋਈ ਐਸਾ ਕੰਮ ਨਾ ਹੋਵੇ ਇੰਡਸਟਰੀ ਦੇ ਵਿੱਚ ਕਿ ਜਿਹਦਾ ਭੁਗਤਾਨ ਮੇਰੇ ਪੰਥ ਨੂੰ ਕਰਨਾ ਪੈ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਹੋਈ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਪਹਿਲਾਂ ਤਾਂ ਮਾਫੀ ਮੰਗਦਾ ਕਿ ਮੈਂ ਤੁਹਾਡੇ ਕੋਲ ਉੱਥੇ ਮੌਜੂਦ ਨਹੀਂ ਹਾਂ। ਮੈਂ ਇਸ ਵੇਲੇ ਇੰਗਲੈਂਡ ਦੀ ਧਰਤੀ ਤੋਂ ਬੈਠਾ ਆਪ ਸਭ ਦੇ ਨਾਲ ਸਨਮੁਖ ਹੋ ਰਿਹਾ ਜੀ, ਔਰ ਸ਼ੁਕਰਗੁਜ਼ਾਰ ਹਾਂ ਇਸ ਮੀਡੀਆ ਦਾ ਵੀ ਕਿ ਸਾਡੇ ਵਿੱਚ ਇਹ ਇੱਕ ਇੰਟਰਫੇਸ ਹੈਗਾ ਜਿਹਦੇ ਜ਼ਰੀਏ ਅਸੀਂ ਗੱਲਬਾਤ ਕਰ ਪਾ ਰਹੇ ਹਾਂ। ਸੋ ਮੈਂ ਚੰਦ ਕੁ ਬੇਨਤੀਆਂ ਕਰਨੀਆਂ ਨੇ ਤੁਹਾਨੂੰ ਕਿ ਮੈਨੂੰ ਪੁੱਛਿਆ ਗਿਆ ਸੀਗਾ ਕਿ ਸਿਨੇਮਾ ਜਿਹੜਾ ਆ ਉਹਦਾ ਰੋਲ ਕੀ ਆ ਡੇ ਟੂ ਡੇ ਲਾਈਫ ਦੇ ਵਿੱਚ। ਮੈਂ ਇਹ ਕਹਿੰਦਾ ਕਿ ਸਿਨੇਮਾ ਜਿਹੜਾ ਹੈ ਨਾ ਉਹ ਇੱਕ ਤਰ੍ਹਾਂ ਦਾ ਇੱਕ ਟੂਲ ਹੈ, ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਗੁਰਬਾਣੀ ਦਾ ਜਿਹੜਾ ਨੈਚੁਰਲ ਐਸੈਂਸ ਹੈ, ਗੁਰਬਾਣੀ ਨੂੰ ਅਸੀਂ ਆਪਣੀ ਡੇ ਟੂ ਡੇ ਲਾਈਫ ਦੇ ਨਾਲ ਕਿੱਦਾਂ ਜੋੜਨਾ ਹੈ। ਜੇ ਸਾਨੂੰ ਮੋਟੀਵੇਸ਼ਨ ਚਾਹੀਦੀ ਹੈ ਤਾਂ ਗੁਰਬਾਣੀ ਸਾਡੇ ਕੋਲ ਹੋਣੀ ਚਾਹੀਦੀ ਹੈ। ਜੇ ਅਸੀਂ ਕਿਸੇ ਗੱਲ ਤੋਂ ਟੁੱਟੇ ਹਾਂ ਤਾਂ ਗੁਰਬਾਣੀ ਸਾਡੇ ਕੋਲ ਹੋਣੀ ਚਾਹੀਦੀ ਹੈ। ਜੇ ਜ਼ਿੰਦਗੀ ਦੇ ਉਤਾਰ ਚੜਾਅ ਦੇ ਵਿੱਚ ਅਸੀਂ ਡੋਲੇ ਹਾਂ ਤਾਂ ਗੁਰਬਾਣੀ ਸਾਡੇ ਕੋਲ ਹੋਣੀ ਚਾਹੀਦੀ ਹੈ। ਔਰ ਗੁਰਬਾਣੀ ਨੂੰ ਰਿਪਰੈਜ਼ੈਂਟ ਕਰਨ ਦਾ ਤਰੀਕਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਵਿਲੱਖਣ ਤੇ ਬਹੁਤ ਜ਼ਿਆਦਾ ਸੁਚੱਜਾ ਤੇ ਮਰਿਆਦਾ ਦੇ ਅਨੁਸਾਰ ਹੋਣਾ ਚਾਹੀਦਾ। ਸੋ ਉਹ ਸਿਨੇਮੇ ਨੂੰ ਇੱਕ ਟੂਲ ਵਾਂਗੂ ਉੱਥੇ ਵਰਤਿਆ ਜਾ ਸਕਦਾ, ਕਿਉਂਕਿ ਵਿਜ਼ੂਅਲਸ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਹੁੰਦੀ ਹੈ। ਗੁਰਬਾਣੀ ਨੂੰ ਰਾਗਾਂ ਦੇ ਵਿੱਚ ਗਾਉਣਾ, ਕੀਰਤਨ ਤਾਂ ਆਪਾਂ ਸਾਰੇ ਸੁਣਦੇ ਰਹੇ ਹਾਂ, ਕਰਦੇ ਰਹੇ ਹਾਂ, ਪਰ ਮਾਡਰਨ ਡੇਜ਼ ਦੇ ਨਾਲ ਨਾਲ ਜਿੱਦਾਂ ਮੀਡੀਆ ਦਾ ਯੁੱਗ ਵਧਿਆ ਆ, ਉਦਾਂ ਇੱਕ ਚੀਜ਼ ਇਹ ਵੀ ਹੈ ਕਿ ਸਾਡੇ ਜਿਹੜੇ ਬੱਚੇ ਆ ਇਹਨਾਂ ਦਾ ਰੁਝਾਨ ਟੀਵੀ ਵੱਲ, ਫੋਨਾਂ ਵੱਲ, ਟੈਬਲੇਟਸ ਵੱਲ ਬਹੁਤ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ। ਸੋ ਸਾਨੂੰ ਗੁਰੂ ਦੀ ਗੱਲ ਹਰ ਉਸ ਫੋਨ ਦੇ ਉੱਤੇ, ਹਰ ਉਸ ਟੈਬਲੇਟ ਦੇ ਉੱਤੇ ਪਹੁੰਚਾਉਣੀ ਪਊਗੀ, ਇਸ ਤਰੀਕੇ ਨਾਲ ਕਿ ਬੱਚੇ ਜਿਹੜੇ ਆ ਉਹ ਈਜ਼ੀਲੀ ਉਹਨੂੰ ਸਮਝ ਸਕਣ। ਕਿਉਂਕਿ ਮੈਂ ਇਹ ਗੱਲ ਸਮਝਦਾ ਹੁੰਦਾ ਕਿ ਜਦੋਂ ਅਸੀਂ ਇੱਕ ਬੱਚੇ ਨੂੰ ਸਮਝਾਉਣਾ ਹੋਵੇ ਤਾਂ ਸਾਨੂੰ ਜਿਹੜੇ ਮੈਟਾਫਰਸ ਆ ਉਹਦੀ ਉਮਰ ਦੇ ਹਿਸਾਬ ਨਾਲ ਵਰਤਣੇ ਪੈਣਗੇ। ਸੋ ਜੇ ਅਸੀਂ ਉਹਦੀ ਉਮਰ ਦੇ ਹਿਸਾਬ ਦੇ ਮੈਟਾਫਰਸ ਵਰਤਦੇ ਨਹੀਂ ਤਾਂ ਉਹਦੇ ਵਾਸਤੇ ਸਮਝਣਾ ਬਹੁਤ ਔਖਾ ਹੋ ਜਾਂਦਾ। ਸ਼ੁਕਰਗੁਜ਼ਾਰ ਹਾਂ ਵੀਰ ਪਰਮਪਾਲ ਦਾ, ਜਰਨੈਲ ਭਾਜੀ, ਪ੍ਰਦੀਪ ਸਿੰਘ ਵਲਟੋਆ, ਤੁਸੀਂ ਸਾਰਿਆਂ ਨੇ ਰਲ ਮਿਲ ਕੇ ਇਹ ਉਪਰਾਲਾ ਕੀਤਾ ਕਿ ਤੁਸੀਂ ਸਾਰਿਆਂ ਨੂੰ ਇਕੱਠੇ ਕੀਤਾ ਔਰ ਉਹਦੇ ਤੇ ਅਸੀਂ ਇਹ ਗੱਲਬਾਤ ਕਰਨੀ ਸ਼ੁਰੂ ਕੀਤੀ ਹੈ। ਸੋ ਕੁਝ ਕੁ ਬੇਨਤੀਆਂ ਹੋਰ ਨੇ ਕਿ ਮੈਂ ਜਿੱਦਾਂ ਜੇ ਗਲੋਬਲ ਸਿੱਖਸ ਦੀ ਆਪਾਂ ਗੱਲ ਕਰੀਏ ਕਿ ਗਲੋਬਲੀ ਸਿੱਖਾਂ ਦਾ ਜਿਹੜਾ ਜੀਵਨ ਜਾਚ ਆ ਜਾਂ ਪੰਜਾਬੀ ਪ੍ਰਤੀ ਜੇ ਆਪਾਂ ਕਹੀਏ ਕਿ ਸੁਚੇਤ ਕਿੰਨੇ ਜਾਂ ਕੀ ਹੈ, ਤਾਂ ਮੈਂ ਚੰਦ ਕੁ ਬੇਨਤੀਆਂ ਕਰਨੀਆਂ ਜੋ ਮੈਂ ਆਪਣੇ ਡੇ ਟੂ ਡੇ ਲਾਈਫ ਦੇ ਵਿੱਚ ਇੱਥੇ ਵਿਚਰ ਕੇ ਵੀ ਮਹਿਸੂਸ ਕਰਦਾ ਕਿ ਜਿਹੜੀਆਂ ਇਹ ਇੰਟਰਨੈਸ਼ਨਲ ਪਾਵਰਸ ਨੇ ਇਹਨਾਂ ਦੀ ਜੀ ਜਾਨ ਲੱਗ ਗਈ ਸੀ ਇਸ ਗੱਲ ਦੇ ਉੱਤੇ ਕਿ ਜਿਹੜਾ ਪੰਜਾਬ ਦਾ ਪੁਰਾਣਾ ਐਜੂਕੇਸ਼ਨ ਸਿਸਟਮ ਸੀਗਾ ਉਹਨੂੰ ਤੋੜਿਆ ਜਾਵੇ। ਉਹਨੂੰ ਤੋੜਨ ਵਾਸਤੇ ਸਭ ਤੋਂ ਐਲੀਮੈਂਟਰੀ ਸੀਗਾ ਇਹਨਾਂ ਵਾਸਤੇ ਕਿ ਸਾਡੇ ਅੰਦਰੋਂ ਸਾਡੀ ਲੈਂਗੁਏਜ ਪ੍ਰਤੀ ਜਿਹੜਾ ਪਿਆਰ ਹੈ ਉਹ ਖੋਇਆ ਜਾਵੇ ਸਾਡੇ ਕੋਲੋਂ। ਕਿਉਂਕਿ ਜਦੋਂ ਕਿਸੇ ਕੋਲੋਂ ਉਹਦੀ ਲੈਂਗੁਏਜ ਦਾ ਅਧਿਐਨ ਖੋਇਆ ਜਾਂਦਾ ਆ ਤਾਂ ਉਹ ਸਿਰਫ ਲੈਂਗੁਏਜ ਨਹੀਂ ਖੋਈ ਜਾਂਦੀ, ਉਸ ਏਰੀਆ ਦੀ, ਉਸ ਜਗ੍ਹਾ ਦੀ ਸਾਰੀ ਹਿਸਟਰੀ ਵੀ ਨਾਲ ਖਿੱਚ ਲਈ ਜਾਂਦੀ ਹੈ। ਕਿਉਂਕਿ ਜੇ ਤੁਸੀਂ ਲੈਂਗੁਏਜ ਨਹੀਂ ਪੜ੍ਹ ਸਕਦੇ, ਤੁਸੀਂ ਉੱਥੇ ਦੀਆਂ ਹਿਸਟਰੀ ਦੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਦੇ ਵਿੱਚ ਲਿਖੀਆਂ ਉਹ ਪੜ੍ਹ ਨਹੀਂ ਪਾਓਗੇ। ਤੁਸੀਂ ਆਪਣੇ ਧਾਰਮਿਕ ਗ੍ਰੰਥਾਂ ਤੋਂ ਟੁੱਟਣੇ ਸ਼ੁਰੂ ਹੋ ਜਾਓਗੇ। ਐਗਜ਼ਾਮਪਲ ਦਿੰਦਾ ਕਿ ਹੁਣ ਸਾਡੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੂੰ ਫਾਰਸੀ ਦਾ ਵੀ ਗਿਆਨ ਸੀਗਾ, ਫਾਰਸੀ ਵੀ ਪੜ੍ਹ ਲੈਂਦੇ ਸੀ, ਉਹ ਬ੍ਰਿਜ ਵੀ ਪੜ੍ਹ ਲੈਂਦੇ ਸੀ, ਸੰਸਕ੍ਰਿਤ ਵੀ ਪੜ੍ਹ ਲੈਂਦੇ ਸੀਗੇ। ਔਰ ਉਹਦੇ ਕਰਕੇ ਉਹਨਾਂ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਦੋਂ ਪਾਠ ਕਰਦੇ ਸੀਗੇ ਤਾਂ ਉਹਨਾਂ ਨੂੰ ਅਰਥਾਂ ਵਾਸਤੇ ਭਾਈ ਸਾਹਿਬ ਕੋਲ ਜਾਣਾ ਨਹੀਂ ਪੈਂਦਾ ਸੀਗਾ। ਉਹ ਅਰਥ ਉਹਨਾਂ ਨੂੰ ਪਤਾ ਹੁੰਦੇ ਸੀ ਕਿਉਂਕਿ ਉਹਨਾਂ ਕੋਲ ਉਹ ਸ਼ਬਦ ਕੋਸ਼ ਮੌਜੂਦ ਸੀਗੇ। ਸਾਡੇ ਕੋਲੋਂ ਵੀਰੋ ਉਹ ਸ਼ਬਦ ਕੋਸ਼ ਖੋਏ ਗਏ ਨੇ। ਸਾਨੂੰ ਉਸ ਸ਼ਬਦ ਕੋਸ਼ ਦੇ ਉੱਤੇ ਦੁਬਾਰਾ ਤੋਂ ਕੰਮ ਕਰਨਾ ਪਊਗਾ। ਮੈਂ ਆਪਣੀ ਵੀ ਇਸ ਗੱਲ 'ਚ ਕਮਜ਼ੋਰੀ ਸਮਝਦਾ ਕਿ ਮੈਂ ਭਾਸ਼ਾਵਾਂ ਸਿੱਖ ਨਹੀਂ ਸਕਿਆ। ਮੈਂ ਆਪਣੀ ਜ਼ਿੰਦਗੀ ਚੋਂ ਟਾਈਮ ਨਹੀਂ ਕੱਢ ਪਾ ਰਿਹਾ ਕਿ ਮੈਂ ਵੀ ਸੰਸਕ੍ਰਿਤ ਜਾਂ ਫਾਰਸੀ ਵਰਗੀਆਂ ਭਾਸ਼ਾਵਾਂ ਸਿੱਖਾਂ ਸੋ ਦੈਟ ਗੁਰੂ ਸਾਹਿਬ ਦੇ ਹੋਰ ਕਰੀਬ ਹੋ ਸਕਾਂ। ਇਹ ਰੂਲ ਜਿਹੜਾ ਆ ਇਹ ਚਾਹੇ ਮੀਡੀਆ ਥਰੂ ਕਲਾਸਿਸ ਵੀ ਆਪਾਂ ਪਲਾਨ ਕਰ ਸਕਦੇ ਹਾਂ, ਚਾਹੇ ਜੇ ਅਸੀਂ ਹਿਸਟਰੀ ਨਾਲ ਬੱਚਿਆਂ ਨੂੰ ਜੋੜਨਾ ਤਾਂ ਉਹਦੇ 'ਚ ਓਬਵੀਅਸਲੀ ਸਿਨੇਮਾ ਬਹੁਤ ਵੱਡਾ ਰੋਲ ਜਿਹੜਾ ਆ ਉਹ ਅਦਾ ਕਰੂਗਾ।
ਦੂਜਾ ਇਹ ਵੀ ਹੈ ਕਿ ਅੱਜ ਕੱਲ ਦੇ ਬੱਚੇ ਨਾ ਹਰ ਚੀਜ਼ ਨੂੰ ਫੈਸ਼ਨ ਵਾਂਗੂ ਅਡਾਪਟ ਕਰਨਾ ਚਾਹੁੰਦੇ ਨੇ। ਉਹ ਜੇ ਕਦੀ ਪੱਗ ਵੀ ਬੰਨ੍ਹਦੇ ਨੇ ਤਾਂ ਮੈਂ ਦੇਖਿਆ ਮੋਸਟਲੀ ਕਈ ਵਾਰੀ ਬੱਚੇ ਜਿਹੜੇ ਉਹ ਫੈਸ਼ਨ ਵਾਂਗੂ ਬੰਨ੍ਹਦੇ ਨੇ ਤੇ ਫੈਸ਼ਨ ਵਾਂਗੂ ਉਤਾਰ ਦਿੰਦੇ ਨੇ। ਸਾਨੂੰ ਉਸ ਚੀਜ਼ ਦਾ, ਉਸ ਮਰਿਆਦਾ ਦਾ ਬਹੁਤ ਖਿਆਲ ਰੱਖਣਾ ਪਊਗਾ ਕਿ ਉਹਨਾਂ ਦੇ ਦਿਲਾਂ 'ਚ ਇਹ ਗੱਲ ਬਿਠਾਉਣੀ ਪਊਗੀ ਕਿ ਸਰਦਾਰੀ ਇੱਕ ਫੈਸ਼ਨ ਨਹੀਂ ਹੈ, ਸਾਡੀ ਹੋਂਦ ਹੈ। ਉਹ ਗੱਲ ਕਿੱਦਾਂ ਰੱਖਣੀ ਹੈ, ਉਹਦਾ ਮਾਪਦੰਡ ਕੀ ਹੋਣਾ ਚਾਹੀਦਾ। ਜਦੋਂ ਕੋਈ ਬੱਚਾ ਆਰਟਿਸਟਿਕ ਫੀਲਡ ਦੇ ਵਿੱਚ ਆਉਣਾ ਚਾਹੁੰਦਾ ਆ, ਪਹਿਲੀ ਗੱਲ ਤਾਂ ਉਹਨੂੰ ਆਉਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਤੇ ਦੂਜੀ ਗੱਲ ਉਹਦੇ ਉੱਤੇ ਮਰਿਆਦਾ ਦਾ ਪਹਿਰਾ ਹੋਣਾ ਚਾਹੀਦਾ ਕਿ ਜੇ ਤੁਸੀਂ ਇਸ ਇੰਡਸਟਰੀ ਦੇ ਵਿੱਚ ਪੱਗ ਦਾੜੇ ਨਾਲ ਕੰਮ ਕਰਨਾ ਹੈ ਤਾਂ ਉਹਦੀ ਮਰਿਆਦਾ ਕੀ ਹੋਣੀ ਚਾਹੀਦੀ ਆ, ਕਿਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਉਹਦੇ ਇੰਡਸਟਰੀ ਦੇ ਵਿੱਚ ਵਿਚਰਨਾ ਹੈ, ਕਿਸ ਤਰੀਕੇ ਨਾਲ ਲੋਕਾਂ ਨਾਲ ਮੇਲ ਜੋਲ ਰੱਖਣਾ ਔਰ ਕਿੱਦਾਂ ਦੀ ਗੱਲ ਕਹਿਣੀ ਹੈ। ਇਹਦੀ ਮਰਿਆਦਾ ਦਾ ਇੱਕ ਸਾਡੇ ਕੋਲ ਕਹਿ ਸਕਦੇ ਕਿ ਸੈਂਸਰ ਬੋਰਡ ਸਾਡੇ ਕੋਲ ਹੋਣਾ ਚਾਹੀਦਾ ਆ, ਸੋ ਦੈਟ ਕਿ ਗੁਰੂ ਦੇ ਸਿੱਖਾਂ ਕੋਲੋਂ ਪੰਥ ਦੇ ਅਗੇਂਸਟ ਜਾਂ ਪੰਜਾਬ ਦੇ ਅਗੇਂਸਟ ਸਾਡੇ ਮੂੰਹਾਂ ਚੋਂ ਕੋਈ ਗੱਲ ਨਾ ਨਿਕਲ ਜੇ। ਇੱਕ ਸੈਂਸਰ ਬੋਰਡ ਦੀ ਇੱਕ ਭੂਮਿਕਾ ਜਿਹੜੀ ਆ ਉਹ ਪਹਿਲੀ ਗੱਲ ਤੇ ਆਪਣੇ ਮਨ ਦੇ ਵਿੱਚ ਹੋਣਾ ਚਾਹੀਦਾ ਹੈ, ਗੁਰੂ ਦਾ ਸਤਿਕਾਰ, ਕਿ ਗੁਰੂ ਦੇ ਸਤਿਕਾਰ ਦੇ ਖਿਲਾਫ ਮੇਰੇ ਮੂੰਹ ਚੋਂ ਕੋਈ ਸ਼ਬਦ ਨਾ ਨਿਕਲ ਜੇ, ਜਾਂ ਮੇਰੇ ਕੋਲੋਂ ਕੋਈ ਐਸਾ ਕੰਮ ਨਾ ਹੋਵੇ ਇੰਡਸਟਰੀ ਦੇ ਵਿੱਚ ਕਿ ਜਿਹਦਾ ਭੁਗਤਾਨ ਮੇਰੇ ਪੰਥ ਨੂੰ ਕਰਨਾ ਪੈ ਜਾਵੇ। ਸੋ ਇੰਨੀਆਂ ਕੁ ਬੇਨਤੀਆਂ ਮੇਰੀਆਂ ਪ੍ਰਵਾਨ ਕਰਿਓ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਕੋਸ਼ਿਸ਼ ਕਰੀਏ ਕਿ ਕਿਸੇ ਨਾ ਕਿਸੇ ਤਰੀਕੇ ਜਿੱਦਾਂ ਵੀ ਸਾਨੂੰ ਲੱਗਦਾ ਹੈ, ਅਸੀਂ ਸਾਡੇ ਅਰਾਊਂਡ ਜਦੋਂ ਅਸੀਂ ਦੇਖਦੇ ਹਾਂ ਕਿ ਕੋਈ ਬੱਚਾ ਜੇ ਕੈਲੀਗ੍ਰਾਫੀ 'ਚ ਵਧੀਆ ਆ, ਕੋਈ ਬੱਚਾ ਜੇ ਥੀਏਟਰ 'ਚ ਵਧੀਆ ਆ, ਕੋਈ ਗਾਉਣ ਦੇ ਵਿੱਚ ਵਧੀਆ ਆ, ਉਹਦੀ ਕਿਸ ਤਰੀਕੇ ਨਾਲ ਸਪੋਰਟ ਕੀਤੀ ਜਾ ਸਕਦੀ ਆ। ਕਿਉਂਕਿ ਮੈਂ ਇਹ ਚੀਜ਼ ਦੇਖੀ ਹੈ, ਮਹਿਸੂਸ ਕੀਤੀ ਹੈ ਕਿ ਸਰਦਾਰ ਬੱਚਿਆਂ ਨੂੰ ਬੰਬੇ ਤੱਕ ਲੈ ਕੇ ਜਾਣਾ ਬਹੁਤ ਔਖਾ ਆ, ਕਿਉਂਕਿ ਉਹਨਾਂ ਵਾਸਤੇ ਇੱਕ ਕਰੈਕਟਰਸ ਜਿਹੜੇ ਉਹ ਕਰਨੇ ਹੁੰਦੇ ਆ ਉਹਦੇ ਵਿੱਚ ਉਹਨਾਂ ਦੀ ਲਿਮਿਟੇਸ਼ਨ ਹੈ ਕਿ ਉਹ ਹਰ ਤਰ੍ਹਾਂ ਦਾ ਕਰੈਕਟਰ ਕਰ ਨਹੀਂ ਸਕਦੇ। ਸੋ ਉਹਨਾਂ ਨੂੰ ਸਪੋਰਟ ਕਰਨ ਵਾਲੇ ਉੱਥੇ ਤਾਂ ਹੁੰਦੇ ਹੀ ਨਹੀਂ ਆ, ਪਿੱਛੋਂ ਵੀ ਜੇ ਸਪੋਰਟ ਨਹੀਂ ਮਿਲਦੀ ਤਾਂ ਉਹ ਬੱਚੇ ਜਿਹੜੇ ਆ ਕੁਝ ਕਰ ਨਹੀਂ ਪਾਉਂਦੇ ਜ਼ਿੰਦਗੀ ਦੇ ਵਿੱਚ ਔਰ ਬੜਾ ਟੈਲੈਂਟ ਕਈ ਵਾਰੀ ਵੇਸਟ ਹੁੰਦਾ। ਸੋ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਜਿੱਥੇ ਕਿਤੇ ਲੱਗੇ ਕਿ ਹਾਂ ਕੋਈ ਬੱਚਾ ਤੁਹਾਨੂੰ ਦਿਸਦਾ ਆ, ਤੁਸੀਂ ਜਰਨੈਲ ਵੀਰ ਜੀ ਨਾਲ ਕੰਟੈਕਟ ਕਰ ਸਕਦੇ ਹੋ, ਸਾਡੀ ਟੀਮ ਨਾਲ ਕੰਟੈਕਟ ਕਰ ਸਕਦੇ ਹੋ, ਵੀਰ ਪਰਮਪਾਲ ਹੋਣਾ ਨਾਲ ਕੰਟੈਕਟ ਕਰ ਸਕਦੇ ਹੋ ਔਰ ਜ਼ਰੂਰ ਸਪੋਰਟ ਕਰੋ ਸੋ ਦੈਟ ਆਪਾਂ ਰਲ ਮਿਲ ਕੇ ਇੱਕ ਇਹੋ ਜਿਹਾ ਪਲੇਟਫਾਰਮ ਤਿਆਰ ਕਰ ਸਕੀਏ ਕਿ ਸਾਬਸੂਰਤ ਬੱਚੇ ਜਿਹੜੇ ਆ ਉਹ ਸਿਨੇਮਾ ਦੇ ਹਰ ਐਂਗਲ ਤੇ ਬੈਠੇ ਹੋਣ, ਚਾਹੇ ਉਹ ਡਾਇਰੈਕਸ਼ਨ ਹੋਵੇ, ਚਾਹੇ ਉਹ ਟੈਕਨੀਸ਼ੀਅਨਸ ਹੋਣ, ਚਾਹੇ ਉਹ ਸਿੰਗਰਸ ਹੋਣ, ਸਕ੍ਰਿਪਟ ਰਾਈਟਰ ਹੋਣ, ਡਾਇਲੌਗ ਰਾਈਟਰ ਹੋਣ, ਹੈ ਨਾ। ਉਹਦੇ ਨਾਲ ਕੀ ਹੈ ਕਿ ਜੋ ਸਾਡਾ ਗੁਰਬਾਣੀ ਦਾ ਵਿਚਾਰ ਹੈ, ਜੋ ਸਾਡਾ ਸਿੱਖੀ ਜੀਵਨ ਹੈ, ਉਹਦੀ ਗੱਲ ਜਿਹੜੀ ਆ ਉਹ ਸਿਨੇਮਾ ਦੇ ਥਰੂ ਅਸੀਂ ਕਰ ਪਾਵਾਂਗੇ। ਸੋ ਇੰਨੀਆਂ ਬੇਨਤੀਆਂ ਮੇਰੀਆਂ ਪ੍ਰਵਾਨ ਕਰਿਓ। ਵਾਹਿਗੁਰੂ ਤੁਹਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ। ਮੈਂ ਫਿਰ ਤੋਂ ਮਾਫੀ ਚਾਹੁੰਦਾ ਕਿ ਤੁਹਾਡੇ ਦਰਮਿਆਨ ਬੈਠਾ ਨਹੀਂ ਆ, ਦੂਰੋਂ ਬੈਠਾ ਗੱਲ ਕਰ ਰਿਹਾ। ਮੈਨੂੰ ਤੁਹਾਡੇ ਚਿਹਰੇ ਵੀ ਦੇਖਣੇ ਚਾਹੁੰਦਾ ਸੀਗਾ ਪਰ ਮੈਂ ਦੇਖ ਨਹੀਂ ਪਾ ਰਿਹਾ। ਸੋ ਵਾਹਿਗੁਰੂ ਕਿਰਪਾ ਰੱਖੇ, ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।